Hello students, today we will read the poem Mother's Day. It is written by Shiv K. Kumar. Shiv K. Kumar was born in Lahore in 1921. He is the founder head of the Department of English and the first dean of the School of Humanities at University of Hyderabad. Several of his poems and short stories have been broadcast over the BBC. In this poem, the poet wants to tell us the difference between Western countries' culture and Indian culture, that how their way of celebration of Mother's Day is very different. In Western countries, children give gifts and bouquets to their mother on Mother Day. Students, you know when we celebrate Mother Day? It comes on the second Sunday of the month of May. ਹਰ ਮਈ ਦੇ ਸੈਕਿੰਡ ਸੰਡੇ ਨੂੰ ਮਦਰ ਡੇ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ. The poet says that is it justified to celebrate Mother Day only one day once in a year? Dedicating only one day for our mothers leave a question mark on the rest of 364 days. ਪੋਇਟ ਇਸ ਵਿੱਚ ਕਹਿਣਾ ਚਾਹੁੰਦਾ ਹੈ ਕਿ ਮਦਰ ਡੇ ਵੈਸਟਰਨ ਕੰਟਰੀਜ਼ ਵਿੱਚ ਇਹ ਪ੍ਰਥਾ ਸ਼ੁਰੂ ਹੋਈ ਸੀ। ਵੈਸਟਰਨ ਕੰਟਰੀਜ਼ ਵਿੱਚ ਹੀ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਸੰਡੇ ਨੂੰ ਇਹ ਜਿਹੜਾ ਦਿਨ ਹੈ ਉਹਨੂੰ ਮਦਰ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿ ਮਦਰ ਡੇ ਇਸ ਤਰ੍ਹਾਂ ਮਨਾਉਣਾ ਜਸਟੀਫਾਈਡ ਹੈ। ਮਦਰ ਡੇ ਮਨਾਉਣਾ ਜਸਟੀਫਾਈਡ ਮਤਲਬ ਕਿ ਪੂਰੇ ਸਾਲ ਵਿੱਚ ਸਿਰਫ ਇੱਕ ਦਿਨ ਹੀ ਮਾਂ ਦੀ ਪੂਜਾ ਲਈ ਮਦਰ ਡੇ ਮਨਾਉਣਾ ਕਿ ਮਾਂ ਦਾ ਅਪਮਾਨ ਕਰਨ ਦੇ ਬਰਾਬਰ ਨਹੀਂ ਹੈ। ਵੈਸਟਰਨ ਕੰਟਰੀ 'ਚ ਬੱਚੇ ਆਪਣੀ ਮਾਂ ਨੂੰ ਗਿਫਟ ਦਿੰਦੇ ਆ, ਬੁੱਕੇਜ਼ ਦਿੰਦੇ ਆ, ਉਹਦੇ ਵਾਸਤੇ ਕਈ ਤਰ੍ਹਾਂ ਦੇ ਗੀਤ ਗਾਉਂਦੇ ਹਨ, ਉਹਦੇ ਵਾਸਤੇ ਮੋਮਬੱਤੀਆਂ ਜਗਾਉਂਦੇ ਹਨ। ਤੇ ਕਵੀ ਪੁੱਛਦਾ ਹੈ ਕਿ ਇੰਡੀਆ ਵਿੱਚ ਤੇ ਅਸੀਂ ਮਦਰ ਨੂੰ ਕਿਸ ਤਰ੍ਹਾਂ ਮੰਨਦੇ ਹਾਂ, ਇੱਕ ਗੋਡੈਸ ਦੇ ਰੂਪ 'ਚ ਉਹਦੀ ਸੇਵਾ ਕਰਦੇ ਹਾਂ। ਇਨ ਇੰਡੀਆ ਮਦਰ ਇਜ਼ ਟ੍ਰੀਟਡ ਐਜ਼ ਗੋਡੈਸ। ਵੀ ਸ਼ੁੱਡ ਰਿਸਪੈਕਟ ਟੂ ਮਦਰ ਐਵਰੀ ਡੇ। ਸਾਨੂੰ ਆਪਣੀ ਮਾਂ ਦੀ ਰਿਸਪੈਕਟ ਹਰ ਰੋਜ਼ ਹਰ ਸਮੇਂ ਕਰਨੀ ਚਾਹੀਦੀ ਹੈ, ਨਾ ਕਿ ਪੂਰੇ ਸਾਲ ਵਿੱਚ ਸਿਰਫ ਇੱਕ ਦਿਨ ਹੀ ਮਾਂ ਨੂੰ ਪੁੱਛਣਾ ਉਹਦੇ ਅਪਮਾਨ ਕਰਨ ਦੇ ਬਰਾਬਰ ਹੈ। Now I am going to start the poem Mother's Day. Listen it carefully, student. We do it differently in this dark continent. Dark continent ਇੰਡੀਆ ਨੂੰ ਕਿਹਾ ਗਿਆ ਹੈ ਕਿ ਸਾਡੇ ਇੰਡੀਆ ਵਿੱਚ ਮਦਰ ਡੇ ਨੂੰ ਲੈ ਕੇ ਇੱਕ ਅਲੱਗ ਸੋਚ ਹੈ। We do it differently. Not just once a year, a string of spurious verses. ਅਸੀਂ ਸਿਰਫ ਸਾਲ 'ਚ ਇੱਕ ਦਿਨ ਹੀ ਮਾਂ ਲਈ ਤਰ੍ਹਾਂ ਦੇ ਝੂਠੇ ਬਨਾਵਟੀ ਗੀਤ ਗਾਈਏ, ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਸਪਿਊਰੀਅਸ ਹੁੰਦਾ ਫਾਲਸ, ਵਰਸਿਸ ਹੈ ਗੀਤ ਗਾਣਾ, ਕਿ ਅਸੀਂ ਇੱਕ ਲੜੀ ਪਿਰੋ ਦੀਏ ਗਾਣਿਆਂ ਦੀ, ਮਾਂ ਨੂੰ ਸੁਣਾਈਏ ਮਦਰ ਡੇ ਵਾਲੇ ਦਿਨ ਹੀ ਬਸ, ਤੇ ਪੂਰਾ ਸਾਲ ਮਾਂ ਨੂੰ ਨਾ ਪੁੱਛੀਏ। ਇਹ ਮਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ, ਨਾ ਇਨਸਾਫੀ ਹੈ। Ensconced in a bouquet shaped like a Chinese house of dreams. ਇੱਕ ਝੂਠੇ ਗੀਤਾਂ ਦੀ ਲੜੀ ਪਿਰੋਣਾ ਮਾਂ ਅੱਗੇ, ਤੇ ਇੱਕ ਬੁਕੇ ਵਿੱਚ ਜਿਵੇਂ ਫੁੱਲ ਸਜਾਏ ਜਾਂਦੇ ਹਨ। Ensconced ਹੁੰਦਾ ਹੈ placed safely। ਬੜੀ ਧਿਆਨ ਨਾਲ ਜਦੋਂ ਬੁਕੇ ਦੇ ਵਿੱਚ ਆਪਾਂ ਫੁੱਲ ਸਜਾ ਕੇ ਮਾਂ ਨੂੰ ਦਿੰਦੇ ਹਾਂ, ਉਹ ਅਸੀਂ ਐਵੇਂ ਕਰਦੇ ਹਾਂ ਜਿਵੇਂ ਚੀਨੀ ਖਿਡੌਣਿਆਂ ਦਾ, ਯਾਨੀ ਕਿ ਇਮੈਜੀਨੇਸ਼ਨ ਵਾਲਾ ਬਨਾਵਟੀ ਕੋਈ ਕੰਮ ਕਰ ਰਹੀ ਹੋਈਏ। ਯਾਨੀ ਕਿ ਸਿਰਫ ਫੁੱਲ ਦੇ ਗੁਲਦਸਤੇ ਮਾਂ ਨੂੰ ਮਦਰ ਡੇ ਵਾਲੇ ਦੇਣਾ, ਇਹ ਬਹੁਤ ਬਨਾਵਟੀ ਲੱਗਦਾ ਹੈ। My mother is more demanding and obeisance at each sunrise. ਮੇਰੀ ਮਾਂ ਮੇਰੇ ਤੋਂ ਕੀ ਡਿਮਾਂਡ ਕਰਦੀ ਹੈ? ਸਾਡੀ ਇੰਡੀਅਨ ਮਾਂ ਨੂੰ ਅਸੀਂ ਇਸ ਹਿਸਾਬ ਨਾਲ ਮੰਨਦੇ ਹਾਂ ਕਿ ਸਾਡੀ ਜਿਹੜੀ ਮਾਂ ਹੈ ਉਹ ਸਾਰਾ ਦਿਨ ਸਾਡੇ ਲਈ ਬਹੁਤ ਕੰਮ ਕਰਦੀ ਹੈ, ਤੇ ਇੱਕ ਮਾਂ ਸਾਡੇ ਕੋਲੋਂ ਸਿਰਫ
ਇਹੀ ਡਿਮਾਂਡ ਕਰਦੀ ਹੈ ਕਿ ਜਦੋਂ ਸਵੇਰ ਹੋਏ, ਜਦੋਂ ਸਨਰਾਈਜ਼ ਹੋਏ ਤੇ ਉਹਦਾ ਬੱਚਾ ਉਹਦੇ ਪੈਰਾਂ ਨੂੰ ਛੂ ਕੇ ਉਸ ਤੋਂ ਆਸ਼ੀਰਵਾਦ ਲਏ। ਓਬੀਸੈਂਸ ਦਾ ਮਤਲਬ ਕੀ ਹੈ ਕਿ ਝੁਕ ਕੇ, ਥੱਲੇ ਪੈਰਾਂ ਵੱਲ ਝੁਕ ਕੇ ਮਾਂ ਦਾ ਆਸ਼ੀਰਵਾਦ ਲੈਣਾ। Like a devotee throwing a handful of yellow rice to the birds। ਇਸ ਪੋਇਮ ਵਿੱਚ ਮਦਰ ਦੀ ਦੋ ਡਿਮਾਂਡ, ਇੰਡੀਅਨ ਮਦਰ ਦੀ ਦੋ ਡਿਮਾਂਡ ਬਾਰੇ ਦੱਸਿਆ ਗਿਆ ਹੈ। ਇਸ ਦੇ ਉੱਪਰ ਤੁਹਾਨੂੰ ਇੱਕ ਕੁਐਸਚਨ ਵੀ ਆਏਗਾ ਕਿ ਇੰਡੀਅਨ ਮਦਰ ਕੀ ਡਿਮਾਂਡ ਕਰਦੀ ਹੈ। ਇੰਡੀਅਨ ਮਦਰ ਦੀ ਦੋ ਡਿਮਾਂਡ ਹੈ ਕਿ ਸਵੇਰੇ ਉੱਠ ਕੇ ਬੱਚਾ ਆਸ਼ੀਰਵਾਦ ਲਏ ਉਹਦੇ ਪੈਰਾਂ ਨੂੰ ਹੱਥ ਲਗਾ ਕੇ, ਤੇ ਪੀਲੇ ਚਾਵਲਾਂ ਨੂੰ ਪੰਛੀਆਂ ਨੂੰ ਉੱਪਰ ਪਾਣ ਜਾਏ, ਕਿਉਂਕਿ ਇੰਡੀਆ 'ਚ ਇਹ ਰਿਵਾਜ਼ ਮੰਨਿਆ ਜਾਂਦਾ ਹੈ, ਰਸਮ ਮੰਨੀ ਜਾਂਦੀ ਹੈ ਕਿ ਪਸ਼ੂ ਪੰਛੀਆਂ ਦੀ ਵੀ ਸੇਵਾ ਕਰਨਾ, ਉਹਨਾਂ ਨੂੰ ਚਾਵਲ ਪਾਣੇ, ਦਾਣੇ ਪਾਣੇ, ਇੱਕ ਤਰ੍ਹਾਂ ਦਾ ਆਸ਼ੀਰਵਾਦ ਲੈਣਾ ਹੁੰਦਾ ਹੈ। ਕਿਉਂਕਿ ਹਰ ਮਾਂ ਆਪਣੇ ਬੱਚੇ ਬਾਰੇ ਹੀ ਸੋਚਦੀ ਹੈ, ਇੰਡੀਅਨ ਮਾਂ ਹਮੇਸ਼ਾ ਆਪਣੇ ਬੱਚੇ ਬਾਰੇ ਹੀ ਸੋਚਦੀ ਰਹਿੰਦੀ ਹੈ, ਤੇ ਉਹਨੂੰ ਹੁੰਦਾ ਹੈ ਕਿ ਮੈਕਸਿਮਮ ਜਿਹੜੇ ਆਸ਼ੀਰਵਾਦ ਹੈ ਮੇਰੇ ਬੱਚੇ ਨੂੰ ਮਿਲਣ, ਭਾਵੇਂ ਉਹ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲਏ ਤੇ ਭਾਵੇਂ ਪਸ਼ੂ ਪੰਛੀਆਂ ਦੀ ਸੇਵਾ ਕਰਕੇ। Holding a candelabrum before an idol just once a year, ਕਿ ਮੋਮਬੱਤੀਆਂ ਲੈ ਕੇ ਇੱਕ ਮੂਰਤੀ ਦੇ ਸਾਹਮਣੇ ਜਾ ਕੇ ਖੜੇ ਹੋ ਜਾਣਾ ਅੱਖਾਂ ਬੰਦ ਕਰਕੇ, ਕਿ ਇੱਕ ਸਾਲ ਦੇ ਇੱਕ ਵਾਰੀ ਇਸ ਡੈਸੀਕੇਟਿੰਗ ਇਟ, ਕਿ ਉਹ ਆਪਣੀ ਮਾਂ ਦਾ ਅਪਮਾਨ ਕਰਨ ਦੇ ਬਰਾਬਰ ਨਹੀਂ ਹੈ। ਅਗਲੀ ਲਾਈਨਸ ਜਿਹੜੀਆਂ ਬਹੁਤ ਖੂਬਸੂਰਤ ਨੇ ਕਿ ਜਦੋਂ ਵੀ ਅਸੀਂ ਕਿਸੇ ਮੁਸੀਬਤ ਵਿੱਚ ਹੁੰਦੇ ਹਾਂ ਤੇ ਅਸੀਂ ਸਿਰਫ ਮਾਂ ਨੂੰ ਹੀ ਪੁਕਾਰਦੇ ਹਾਂ। ਮਾਂ ਮਾਂ ਕਹਿ ਕੇ ਅਸੀਂ ਉਸ ਮੁਸੀਬਤ ਵਿੱਚੋਂ ਸਾਨੂੰ ਲੱਗਦਾ ਹੈ ਕਿ ਸਾਡਾ ਛੁਟਕਾਰਾ ਹੋ ਗਿਆ। Whenever I see a caterpillar slouching towards a pensive eye, ਪੈਂਸੀ ਇੱਕ ਬ੍ਰਾਈਟ ਫਲਾਵਰਸ ਦੇ ਪੌਦੇ ਨੂੰ ਕਿਹਾ ਗਿਆ ਹੈ। ਜਦੋਂ ਵੀ ਅਸੀਂ ਕਿਸੇ ਕੈਟਰਪਿਲਰ ਨੂੰ, ਇਹ ਜਸਟ ਲਾਈਕ ਇੱਕ ਬਟਰਫਲਾਈ ਜਾਂ ਮੌਥ ਹੈ, ਯਾਨੀ ਕਿ ਜਿਸ ਤਰ੍ਹਾਂ ਤੁਹਾਡੇ ਘਰ ਵਿੱਚ ਕਾਕਰੋਚ ਨਿਕਲਦੇ ਹੈ, ਜਦੋਂ ਕਾਕਰੋਚ ਨੂੰ ਤੁਸੀਂ ਰੇਂਗਦਾ ਆਪਣੇ ਵੱਲ ਵੱਧਦਾ ਹੋਇਆ, ਇਹਦੇ ਵਿੱਚ ਕਵੀ ਨੇ ਇੱਕ ਪੌਦੇ ਵੱਲ ਵੱਧਦੇ ਹੋਏ ਕਾਕਰੋਚ ਦੀ ਗੱਲ ਕੀਤੀ ਹੈ ਕਿ ਜੇ ਤੁਹਾਡੇ ਘਰ ਵਿੱਚ ਕਿਸੇ ਪੌਦੇ ਵੱਲ ਇੱਕ ਕਾਕਰੋਚ ਜਾਂ ਕੋਈ ਵੀ ਕੀਟ ਪਤੰਗਾ ਨਿਕਲ ਰਿਹਾ ਹੁੰਦਾ ਹੈ ਤੇ ਤੁਸੀਂ ਡਰ ਕੇ ਕਿਹਦਾ ਨਾਮ ਪੁਕਾਰਦੇ ਹੋ? ਮਾਂ ਮਾਂ ਹੀ ਪੁਕਾਰਦੇ ਹੋ। ਜਾਂ ਰਾਤ ਵੇਲੇ ਜਦੋਂ ਹਵਾ ਦੇ ਵਿੱਚ ਤੁਹਾਨੂੰ ਪੂਰਵਜਾਂ ਦੀ ਆਵਾਜ਼ਾਂ ਆਉਂਦੀਆਂ ਹਨ, ਇੱਥੇ ਪੂਰਵਜਾਂ ਦੀ ਆਵਾਜ਼ਾਂ ਨੂੰ ਉਹ ਕਿਹਾ ਗਿਆ ਹੈ ਭੂਤਾਂ ਦੀਆਂ ਆਵਾਜ਼ਾਂ ਨਾਲ ਕੰਪੈਰੀਜ਼ਨ ਕੀਤਾ ਗਿਆ। ਜਦੋਂ ਅਸੀਂ ਰਾਤ ਨੂੰ ਬਾਹਰ ਨਿਕਲਦੇ ਹਾਂ, ਹਵਾ ਵਿੱਚ ਕੋਈ ਆਵਾਜ਼ ਆਉਂਦੀ ਹੈ, ਸ਼ਰਲ ਸ਼ਰਲ ਜਾਂ ਫਲ ਫਲ, ਏਦਾਂ ਹਵਾ ਦੀ ਆਵਾਜ਼ 'ਚ ਅਸੀਂ ਸਮਝਦੇ ਹਾਂ ਕਿ ਕੋਈ ਭੂਤ ਪ੍ਰੇਤ ਦੀ ਆਵਾਜ਼ ਹੈ, ਅਸੀਂ ਡਰ ਜਾਂਦੇ ਹਾਂ। ਹਵਾ ਦੇ ਬਾਹਰ ਦੇ ਰਾਤ ਦੇ ਸਨਾਟੇ ਵਿੱਚ ਜਦੋਂ ਅਸੀਂ ਡਰ ਜਾਂਦੇ ਹਾਂ ਤੇ ਡਰ ਕੇ ਇੱਕੋ ਹੀ ਨਾਮ ਪੁਕਾਰਦੇ ਹਾਂ, ਮਾਂ। I invoke my deity, ਮੈਂ ਆਪਣੀ ਮਾਂ ਨੂੰ ਬੁਲਾਉਂਦਾ ਹਾਂ। ਜਦੋਂ ਵੀ ਮੈਂ ਦੋ ਤਰ੍ਹਾਂ ਦੀ ਮੁਸੀਬਤਾਂ ਵਿੱਚ ਫਸ ਜਾਂਦਾ ਹਾਂ ਤੇ ਮੈਂ ਆਪਣੀ ਮਾਂ ਨੂੰ ਪੁਕਾਰਦਾ ਹਾਂ। ਹੁਣ ਤੁਸੀਂ ਇੱਕ ਚੀਜ਼ ਇਹ ਵੀ ਯਾਦ ਰੱਖਣੀ ਹੈ, ਜਿਸ ਤਰ੍ਹਾਂ ਕਿ ਮਦਰ ਦੀ ਦੋ ਡਿਮਾਂਡ ਦੀ ਗੱਲ ਕੀਤੀ ਗਈ ਹੈ ਕਿ ਮਦਰ ਦੋ ਡਿਮਾਂਡ ਕਿਹੜੀ ਕਰ ਰਹੀ ਹੈ। ਇੱਕ ਉਹਦੇ ਪੈਰਾਂ ਨੂੰ ਛੂ ਕੇ ਆਸ਼ੀਰਵਾਦ ਲਏ, ਦੂਸਰਾ ਪੰਛੀਆਂ ਨੂੰ ਉਹ ਚਾਵਲ ਇੱਕ ਮੁੱਠੀ ਭਰ ਕੇ ਚਾਵਲਾਂ ਦੀ ਪਾਣ ਜਾਏ ਮੇਰਾ ਬੱਚਾ ਜਿਹੜਾ ਹੈ। ਤੇ ਇੱਕ ਕੁਐਸਚਨ ਤੁਹਾਨੂੰ ਇਹ ਵੀ ਆਉਂਦਾ ਹੈ ਕਿ ਮਾਂ ਦਿਨ ਵਿੱਚ ਦੋ ਵਾਰ ਅਸੀਂ ਮਾਂ ਕਦੋਂ ਪੁਕਾਰਦੇ ਹਾਂ? ਜਦੋਂ ਕਿਸੇ ਜੀਵ ਜੰਤੂ ਨੂੰ ਵੇਖਦੇ ਹਾਂ ਜ਼ਮੀਨ ਤੇ ਰੇਂਗਦੇ ਹੋਏ ਤੇ ਡਰ ਦੇ ਮਾਰੇ ਮਾਂ ਨਿਕਲਦਾ ਹੈ, ਤੇ ਜਦੋਂ ਸਾਨੂੰ ਰਾਤ ਦੇ ਸਨਾਟੇ ਵਿੱਚ ਬਾਹਰ ਜਾਣਾ ਪਏ ਤੇ ਡਰ ਦੇ ਮਾਰੇ ਚੀਕ ਕੇ ਮਾਂ ਹੀ ਪੁਕਾਰਦੇ ਹਾਂ, ਹਾਏ ਮਾਂ ਬਚਾ ਲਓ। ਮਾਂ ਨੂੰ ਹੀ ਪੁਕਾਰਦੇ ਹਾਂ। ਸਮਟਾਈਮਸ ਟਵਾਈਸ ਏ ਡੇ, ਉਹ ਕਹਿੰਦੇ ਕਈ ਵਾਰੀ ਦਿਨ 'ਚ ਦੋ ਵਾਰੀ ਮਾਂ ਦਾ ਨਾਮ ਲੈਂਦੇ ਹਾਂ। ਇਸ ਕਰਕੇ we should respect our mother every day, every time. Dear students, we will do back exercise and question answers after that. Listen my video carefully, and thanks a lot to all of you. Have a great day. Stay home, stay safe. Bye bye.